ਵਾਹਿਗੁਰੂ 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 ਵਾਹਿਗੁਰੂ। ਸ਼ਲੋਕ ਮਹਲਾ ਤੀਜਾ। ਰੇ ਜਨ ਉਥਾਰੈ ਦਬਿਓ, ਸੁਤਿਆ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਰੇ ਜਨ ਉਥਾਰੈ ਦਬਿਓ, ਸੁਤਿਆ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਗਤ ਜਲੰਦਾ ਡਿਠ ਮੈਂ, ਹਉ ਮੈਂ ਦੂਜੈ ਪਾਏ। ਨਾਨਕ ਗੁਰ ਸਰਣਾਈ ਉਬਰੇ, ਸਚ ਮਨ ਸ਼ਬਦ ਧਿਆਏ। ਜਗਤ ਜਲੰਦਾ ਡਿਠ ਮੈਂ, ਹਉ ਮੈਂ ਦੂਜੈ ਪਾਏ। ਨਾਨਕ ਗੁਰ ਸਰਣਾਈ ਉਬਰੇ, ਸਚ ਮਨ ਸ਼ਬਦ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨਤਾ ਦੇ ਜੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਵਾਰ ਰਾਗ ਸੋਰਠ ਦੀ ਵਿੱਚੋਂ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਵਾਰ ਉਚਾਰਨ ਕੀਤੀ ਹੋਈ ਹੈ। ਪੌੜੀ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੈ। ਔਰ ਪੌੜੀ ਦੇ ਨਾਲ ਜੋ ਦੋ ਸ਼ਬਦ ਹਨ, ਦੋ ਸ਼ਲੋਕ ਹਨ, ਉਹ ਧੰਨ ਮਹਿਮਾ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਸਤਿਗੁਰੂ ਅਮਰਦਾਸ ਮਹਾਰਾਜ ਜੀ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਫਰਮਾਉਂਦੇ ਹਨ, ਰੇ ਜਨ ਉਥਾਰੈ ਦਬਿਓ, ਸੁਤਿਆ ਗਈ ਵਿਹਾਏ। ਜਦ ਜੀਵ ਸੌਂ ਜਾਂਦਾ ਹੈ, ਕਦੇ ਕਦੇ ਇਸ ਦੇ ਨਾਲ ਇਸ ਤਰ੍ਹਾਂ ਦੇ ਨਾਲ ਵਾਪਰਦਾ ਹੈ। ਸੁੱਤਿਆ ਹੋਇਆ ਇਸ ਦਾ ਹੱਥ ਇਸ ਦੀ ਛਾਤੀ ਦੇ ਉੱਪਰ ਆ ਜਾਵੇ
ਤਾਂ ਇਹ ਮਹਿਸੂਸ ਕਰਦਾ ਹੈ ਕਿ ਮੈਨੂੰ ਕਿਸੇ ਨੇ ਦੱਬ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪ੍ਰਤੀਕ ਵਰਤ ਕੇ ਸਮਝਾ ਰਹੇ ਹਨ ਕਿ ਇਹ ਜੀਵ ਅਸਲ ਦੇ ਵਿੱਚ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤਿਆ ਹੋਇਆ ਹੈ ਅਤੇ ਸੰਸਾਰ ਦੇ ਧੰਦਿਆਂ ਦੇ ਵਿੱਚ ਇਹ ਜੀਵ ਦੱਬਿਆ ਹੋਇਆ ਹੈ। ਸੁੱਤਾ ਹੋਇਆ ਜੀਵ ਭਾਵੇਂ ਉਸ ਦੇ ਲਾਗੇ ਉਸ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੋਵੇ, ਉਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ ਹੈ। ਜਾਗਦਾ ਹੋਇਆ ਜੀਵ ਝੱਟ ਪਤਾ ਕਰ ਲੈਂਦਾ ਹੈ ਕਿ ਮੇਰਾ ਨੁਕਸਾਨ ਹੋ ਰਿਹਾ ਹੈ, ਇਸ ਨੂੰ ਬਚਾਉਣਾ ਚਾਹੀਦਾ ਹੈ। ਮਹਾਰਾਜ ਫਰਮਾਉਂਦੇ ਹਨ, ਮਨ ਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ। ਜਿਹੜੇ ਮਨਮੁਖ ਜੀਵ ਹਨ ਉਹ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਆਪਣੇ ਜੀਵਨ ਦੀ ਜਿਹੜੀ ਆਤਮਿਕ ਰਾਸ ਪੂੰਜੀ ਹੈ ਉਸ ਨੂੰ ਲੁਟਾ ਲੈਂਦੇ ਹਨ। ਜਿਹੜੇ ਪੰਜ ਚੋਰ ਹਨ ਇਹਦੀ ਰਾਸ ਪੂੰਜੀ ਨੂੰ ਲੁੱਟਦੇ ਰਹਿੰਦੇ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਇ ਨਾ ਸੁਣੈ ਪੁਕਾਰਾ। ਜਿਸ ਤਰ੍ਹਾਂ ਛਾਤੀ ਦੇ ਉੱਪਰ ਹੱਥ ਆ ਜਾਵੇ, ਮਨੁੱਖ ਉੱਠਣਾ ਚਾਹੇ ਉੱਠ ਨਹੀਂ ਸਕਦਾ ਹੈ, ਬੋਲਣਾ ਚਾਹੇ ਬੋਲ ਨਹੀਂ ਸਕਦਾ ਹੈ, ਹੱਥ ਪੈਰ ਹਿਲਾਉਣਾ ਚਾਹੇ ਹਿਲਾ ਨਹੀਂ ਸਕਦਾ ਹੈ। ਇਸੇ ਤਰ੍ਹਾਂ ਜੇਕਰ ਸੰਜਮੀ ਜੀਵਨ ਨਹੀਂ ਬਣਾਇਆ, ਧੰਦਿਆਂ ਦੇ ਵਿੱਚ ਮਨੁੱਖ ਗ੍ਰਸਤ ਹੈ, ਧੰਦਿਆਂ ਦੇ ਵਿੱਚ ਇਹ ਦਬਿਆ ਗਿਆ ਹੈ। ਜੀਵਨ ਦੇ ਵਿੱਚ ਇੰਨਾ ਥੱਕ ਟੁੱਟ ਜਾਂਦਾ ਹੈ, ਅੰਮ੍ਰਿਤ ਵੇਲੇ ਉੱਠਣਾ ਚਾਹੇ ਉੱਠ ਨਹੀਂ ਸਕਦਾ ਹੈ, ਨਿਤਨੇਮ ਕਰਨਾ ਚਾਹੇ ਕਰ ਨਹੀਂ ਸਕਦਾ ਹੈ, ਸਿਮਰਨ ਕਰਨਾ ਚਾਹੇ ਕਰ ਨਹੀਂ ਸਕਦਾ ਹੈ। ਪਰਉਪਕਾਰ ਦੇ ਕੰਮ ਕਰਨਾ ਚਾਹੇ ਇਹਦੇ ਕੋਲੋਂ ਹੋ ਨਹੀਂ ਪਾਉਂਦੇ ਹਨ। ਧੰਦਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਦਬਿਆ ਜਾਂਦਾ ਹੈ। ਇਹ ਆਰੰਭ ਦੀਆਂ ਪੰਕਤੀਆਂ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਿਮਾ ਦੇ ਮਾਲਕ ਫਰਮਾ ਰਹੇ ਹਨ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਗੰਗਾ ਰਾਮ ਨਾਮ ਦਾ ਇੱਕ ਪ੍ਰੇਮੀ ਆਉਂਦਾ ਹੈ, ਜਿਸ ਦਾ ਦੀਵਾਲੀਆ ਹੋ ਚੁੱਕਾ ਸੀ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਇਹਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਨਾਲੇ ਤੁਹਾਡੇ ਘਰੋਂ ਕੁਝ ਮਦਦ ਹੋ ਜਾਵੇ ਅਤੇ ਨਾਲੇ ਕੁਝ ਬਰਕਤ ਪੈ ਜਾਵੇ, ਬਖਸ਼ਿਸ਼ ਮਿਲ ਜਾਵੇ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਕੁਝ ਕੋਲੋਂ ਧਨ ਦਿੱਤਾ, ਆਖਿਆ ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਅਤੇ ਵੰਡ ਛਕਣਾ। ਜਿਹੜੇ ਸਿੱਖੀ ਦੇ ਮੂਲ 3 ਸਿਧਾਂਤ ਹਨ, ਕਿਰਤ ਕਰਨੀ, ਉਹ ਤੋਂ ਭਾਵ ਹੈ ਧਰਮ ਦੀ ਕਿਰਤ ਕਰਨੀ। ਨਾਮ ਜਪਣਾ, ਵੰਡ ਛਕਣਾ, ਦਸਵੰਧ ਕੱਢਣਾ, ਇਹ ਸਿੱਖੀ ਦੇ 3 ਮੂਲ ਸਤੰਭ ਹਨ, 3 ਸਿੱਖੀ ਦੇ ਮੂਲ ਸਿਧਾਂਤ ਹਨ। ਮਦਦ ਸਤਿਗੁਰੂ ਜੀ ਦੇ ਕੋਲੋਂ ਲੈ ਲਈ, ਪਰ ਥੋੜ੍ਹੇ ਸਮੇਂ ਬਾਅਦ ਇਹਨਾਂ ਅਸੂਲਾਂ ਨੂੰ ਭੁੱਲ ਗਿਆ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇੱਕ ਪ੍ਰੇਮੀ ਆਇਆ। ਉਹਨੇ ਬੇਨਤੀ ਕੀਤੀ ਕਿ ਮੇਰੀ ਬੱਚੀ ਦਾ ਆਨੰਦ ਕਾਰਜ ਹੈ, ਕੁਝ ਸਹਾਇਤਾ ਹੋ ਜਾਵੇ। ਆਖਣ ਲੱਗੇ ਵੀ ਗੰਗਾ ਰਾਮ ਦੇ ਕੋਲ ਦਿੱਲੀ ਚਲੇ ਜਾਓ। ਉਹਨੇ ਨਾ ਨੁਕਰ ਕੀਤੀ ਵੀ ਇੱਥੇ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਹੈ, ਇੱਥੇ ਮੇਰੇ ਕੋਲ ਕੋਈ ਵਾਧੂ ਧਨ ਨਹੀਂ ਹੈ। ਉਹ ਫਿਰ ਸਤਿਗੁਰੂ ਜੀ ਦੇ ਪਾਸ ਆਇਆ। ਥੋੜ੍ਹੇ ਸਮੇਂ ਬਾਅਦ ਜਿਹੜਾ ਕੰਮ ਸੀ ਉਹਦੇ ਵਿੱਚੋਂ ਜਿਹੜੀ ਬਰਕਤ ਸੀ ਉਹ ਉੱਡ ਗਈ, ਕਿਉਂਕਿ ਸੁੱਖ ਨੂੰ ਜਾਂ ਦੁੱਖ ਨੂੰ ਧਨ ਦੇ ਪੈਮਾਨੇ ਦੇ ਨਾਲ ਨਹੀਂ ਮਾਪਿਆ ਜਾ ਸਕਦਾ ਹੈ। ਜੇ ਉਲਝਣ ਪੈਣੀ ਹੋਵੇ, ਕਰੋੜਾਂਪਤੀ ਅਰਬਾਂਪਤੀ ਵੀ ਬੜੀ ਬੁਰੀ ਤਰ੍ਹਾਂ ਦੇ ਨਾਲ ਉਲਝੇ ਰਹਿੰਦੇ ਹਨ, ਰੋਂਦੇ ਧੋਂਦੇ ਰਹਿੰਦੇ ਹਨ। ਸੁੱਖ ਮਿਲਣਾ ਹੋਵੇ ਬੰਦੇ ਨੂੰ ਥੋੜ੍ਹੇ ਦੇ ਵਿੱਚ ਹੀ ਮਿਲ ਜਾਂਦਾ ਹੈ। ਇਹ ਸਤਿਗੁਰ ਦੀਆਂ ਬਰਕਤਾਂ ਹਨ। ਬੜੀ ਬੁਰੀ ਤਰ੍ਹਾਂ ਦੇ ਨਾਲ ਉਲਝ ਗਿਆ। ਫਿਰ ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਆਈ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਇਆ। ਸਤਿਗੁਰੂ ਜੀ ਨੇ ਜਿਹੜੇ ਸਿਧਾਂਤ ਸਨ ਉਹਨਾਂ ਨੂੰ ਦੁਹਰਾਇਆ, ਚੇਤੇ ਕਰਵਾਏ। ਫਿਰ ਸਤਿਗੁਰੂ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਅਤੇ ਨਾਲ ਦੀ ਨਾਲ ਸੇਵਾ ਸਿਮਰਨ ਵਾਲੇ ਪਾਸੇ ਵੀ ਆਪਣਾ ਧਿਆਨ ਜੋੜਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਜਿਸ ਤਰ੍ਹਾਂ ਬਚਨ ਹਨ, ਜੈਸੇ ਬੋਝ ਭਰੀ ਨਾਵ ਅੰਗੁਰੀ ਦੋਏ ਬਾਹਰ ਹੋਏ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਬੰਦਾ ਕਹਿੰਦਾ ਹੈ ਨਾ, ਬੜਾ ਬੋਝ ਹੈ ਜੀ ਮੇਰੇ ਜੀਵਨ ਦੇ ਵਿੱਚ, ਬੜਾ ਬੋਝ ਹੈ। ਤੁਸੀਂ ਨਿਤਨੇਮ ਕਰਨਾ ਸ਼ੁਰੂ ਕਰੋ, ਸਿਮਰਨ ਕਰਨਾ ਕਰੋ, ਸਾਰਾ ਬੋਝ ਲੱਥ ਜਾਵੇਗਾ। ਨਿਤਨੇਮ ਦੇ ਵਿੱਚ, ਸਿਮਰਨ ਦੇ ਵਿੱਚ ਇੰਨੀਆਂ ਬਰਕਤਾਂ ਹਨ, ਇੰਨੀਆਂ ਬਰਕਤਾਂ ਹਨ, ਮਨੁੱਖ ਹਲਕਾ ਫੁੱਲ ਹੋ ਜਾਂਦਾ ਹੈ, ਸਾਰਾ ਬੋਝ ਲੱਥ ਜਾਂਦਾ ਹੈ। ਬੇੜੀ ਸਾਰੀ ਪਾਣੀ ਦੇ ਵਿੱਚ ਡੁੱਬੀ ਹੋਈ ਹੁੰਦੀ ਹੈ, 4 ਉਂਗਲਾਂ ਬਾਹਰ ਹੁੰਦੀ ਹੈ, ਉਹ ਕਿਨਾਰੇ 'ਤੇ ਲੱਗ ਜਾਂਦੀ ਹੈ। ਜਿਹੜਾ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਬਾਣੀ ਦੇ ਵਿੱਚ ਲਗਾਉਂਦਾ ਹੈ, ਸਿਮਰਨ ਦੇ ਵਿੱਚ ਲਗਾਉਂਦਾ ਹੈ, ਗੁਰੂ ਦੇ ਅਸੂਲਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਰੱਖਦਾ ਹੈ, ਉਹ ਕਦੇ ਮੋਹ ਮਾਇਆ ਦੇ ਸੰਸਾਰ ਸਾਗਰ ਦੇ ਵਿੱਚ ਡੁੱਬਦਾ ਨਹੀਂ ਹੈ। ਜਦ ਗੁਰੂ ਦੇ ਦੱਸੇ ਹੋਏ ਅਸੂਲਾਂ ਦੇ ਮੁਤਾਬਕ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ, ਫਿਰ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ। ਕੇਵਲ ਬਾਹਰੀ ਬਰਕਤਾਂ ਹੀ ਨਹੀਂ, ਕਿਉਂਕਿ ਬਾਹਰੀ ਬਰਕਤਾਂ ਵੀ ਗੁਰੂ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਹੀ ਹੋਇਆ ਕਰਦੀਆਂ ਹਨ। ਉਹਦੀ ਮਿਹਰ ਤੋਂ ਬਗੈਰ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਹੈ, ਅਤੇ ਜੋ ਅੰਦਰੂਨੀ ਰੂਹਾਨੀ ਬਖਸ਼ਿਸ਼ਾਂ ਹਨ ਇਹ ਵੀ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਇੱਕ ਦਿਨ ਐਸਾ ਆਇਆ, ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਜਦ 22 ਪ੍ਰਚਾਰਕ ਥਾਪੇ ਸਨ, 22 ਮੰਜੀਆਂ ਥਾਪੀਆਂ ਸਨ, ਗੰਗਾ ਰਾਮ ਨੂੰ ਵੀ ਮੰਜੀ ਪ੍ਰਾਪਤ ਹੋਈ। ਇਸ ਨੂੰ ਵੀ ਮਹਾਰਾਜ ਜੀ ਦਾ ਹੁਕਮ ਮਿਲਿਆ ਵੀ ਤੁਸੀਂ ਹੁਣ ਸਿੱਖੀ ਦਾ ਪ੍ਰਚਾਰ ਕਰੋ। ਜਿਸ ਤਰ੍ਹਾਂ ਆਪ ਸੰਸਾਰ ਸਾਗਰ ਦੇ ਵਿੱਚੋਂ ਤਰੇ ਹੋ, ਪਾਰ ਹੋਏ ਹੋ, ਇਸ ਤਰ੍ਹਾਂ ਹੋਰਨਾਂ ਨੂੰ ਵੀ ਤਾਰੋ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਲੜੀਵਾਰ ਸਾਨੂੰ ਇਹ ਸਿੱਖਿਆ ਦੇ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਰੇ ਜਨ ਉਥਾਰੈ ਦਬਿਓ, ਸੁਤਿਆ ਗਈ ਵਿਹਾਏ।
ਸੋਰਠ ਰਾਗ ਦੀ ਵਾਰ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ 23ਵੀਂ ਪੌੜੀ ਦੇ ਵਿੱਚ ਫਰਮਾਨ ਕਰ ਰਹੇ ਹਨ ਕਿ ਹੇ ਜਨ, ਹੇ ਭਾਈ, ਤੂੰ ਜਿੱਥੇ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ ਅਤੇ ਧੰਦਿਆਂ ਦੇ ਦਾਬੇ ਥੱਲੇ ਤੂੰ ਦੱਬਿਆ ਹੋਇਆ ਹੈ, ਤੇਰੀ ਇਹ ਜਿਹੜੀ ਜੀਵਨ ਰੂਪੀ ਰਾਤ ਹੈ ਕਿਧਰੇ ਸੁੱਤਿਆਂ ਸੁੱਤਿਆਂ ਹੀ ਨਾ ਬਤੀਤ ਹੋ ਜਾਵੇ। ਗੁਰਮਤਿ ਦੇ ਅਨੁਸਾਰ ਪੂਰੇ ਜੀਵਨ ਨੂੰ ਇੱਕ ਰਾਤ ਦੇ ਨਾਲ ਤੁਲਨਾ ਦਿੱਤੀ ਗਈ ਹੈ। ਕਹਿੰਦੇ ਬੰਦੇ ਦਾ ਜੀਵਨ ਇੰਜ ਬਤੀਤ ਹੋ ਜਾਂਦਾ ਹੈ ਜਿਵੇਂ ਇੱਕ ਰਾਤ ਬਤੀਤ ਹੋ ਜਾਂਦੀ ਹੈ, ਪਤਾ ਹੀ ਨਹੀਂ ਚੱਲਦਾ। ਜਿਸ ਤਰ੍ਹਾਂ ਮਨੁੱਖ ਦਿਨ ਚੜ੍ਹੇ ਉੱਠੇ ਆਖਦਾ ਹੈ, ਲੈ ਪਤਾ ਹੀ ਨਹੀਂ ਚੱਲਿਆ ਕਦੋਂ ਰਾਤ ਬਤੀਤ ਹੋ ਗਈ, ਸੂਰਜ ਚੜ੍ਹ ਗਿਆ। ਇਸੇ ਤਰ੍ਹਾਂ ਕਹਿੰਦੇ ਮਨੁੱਖ ਜਦ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ ਫਿਰ ਪਛਤਾਉਂਦਾ ਹੈ ਵੀ ਪਤਾ ਹੀ ਨਹੀਂ ਚੱਲਿਆ ਕਦ ਇਹ ਸਾਰਾ ਜੀਵਨ ਬਤੀਤ ਹੋ ਗਿਆ ਹੈ, ਲੰਘ ਗਿਆ ਹੈ, ਅਜਾਈਂ ਚਲਿਆ ਗਿਆ ਹੈ। ਕਹਿੰਦੇ ਜਿਹੜੇ ਗੁਰਮੁਖ ਹਨ ਉਹ ਸਮਾਂ ਰਹਿੰਦਿਆਂ ਜਾਗ ਜਾਂਦੇ ਹਨ। ਜਦ ਇਸ ਤਰ੍ਹਾਂ ਦਾ ਕਿਸੇ ਦੇ ਛਾਤੀ ਦੇ ਉੱਪਰ ਹੱਥ ਆਇਆ ਹੋਇਆ ਹੋਵੇ, ਕੋਈ ਦੱਬਾ ਪਵੇ ਨਾ, ਸਰੀਰ ਦੱਬਿਆ ਜਾਵੇ, ਪਹਿਲੀ ਗੱਲ ਤਾਂ ਇਹ ਵੀ ਇਸ ਨੂੰ ਵਹਿਮ ਭਰਮ ਦੇ ਨਾਲ ਨਹੀਂ ਜੋੜਨਾ ਚਾਹੀਦਾ ਹੈ। ਕਈ ਵਹਿਮ ਭਰਮ ਦੇ ਨਾਲ ਜੋੜ ਦਿੰਦੇ ਹਨ ਵੀ ਸ਼ਾਇਦ ਪਤਾ ਨਹੀਂ ਮੈਨੂੰ ਕਿਸੇ ਨੇ ਦੱਬ ਲਿਆ ਹੈ। ਕੋਈ ਨਹੀਂ ਦੱਬਦਾ ਹੈ, ਇਹ ਇੱਕ ਸਧਾਰਨ ਘਟਨਾ ਹੈ। ਛਾਤੀ ਦੇ ਉੱਪਰ ਹੱਥ ਆ ਜਾਂਦਾ ਹੈ, ਇੰਜ ਮਹਿਸੂਸ ਹੁੰਦਾ ਹੈ ਵੀ ਜਿਸ ਤਰ੍ਹਾਂ ਸਰੀਰ ਦੱਬਿਆ ਗਿਆ ਹੈ। ਜਾਂ ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਮਨੁੱਖ ਆਪਣੀ ਪੂਰੀ ਸ਼ਕਤੀ ਲਗਾਉਂਦਾ ਹੈ, ਪੂਰਾ ਜ਼ੋਰ ਲਗਾਉਂਦਾ ਹੈ, ਉਸ ਦੱਬੇ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਹੱਥ ਪੈਰ ਹਿੱਲਣ ਲੱਗ ਪੈਂਦੇ ਹਨ, ਮੁਖ ਦੇ ਵਿੱਚੋਂ ਬੋਲਿਆ ਜਾ ਸਕਣ ਲੱਗ ਪੈਂਦਾ ਹੈ। ਜਾਂ ਫਿਰ ਕੋਈ ਜਾਗਦਾ ਹੋਇਆ ਵਿਅਕਤੀ ਉਸ ਨੂੰ ਉਠਾਵੇ, ਉਸ ਨੂੰ ਹਿਲਾਵੇ ਤਾਂ ਜਾਗ ਸਕਦਾ ਹੈ, ਵਰਨਾ ਨਹੀਂ ਜਾ ਸਕਦਾ ਹੈ। ਜਿਹੜੇ ਸਵੈਮ ਸੁੱਤੇ ਹੋਏ ਹਨ, ਆਪ ਮੋਹ ਮਾਇਆ ਦੀ ਨੀਂਦ ਦੇ ਵਿੱਚ ਧੰਦਿਆਂ ਦੇ ਭਾਰ ਥੱਲੇ ਆਪ ਦੱਬੇ ਹੋਏ ਹਨ, ਉਹ ਦੂਸਰਿਆਂ ਨੂੰ ਨਹੀਂ ਜਗਾ ਸਕਦੇ ਹਨ, ਜਾਗਦੇ ਹੋਏ ਹੀ ਜਗਾ ਸਕਦੇ ਹਨ। ਜਾਂ ਤਾਂ ਮੇਰੇ ਸਤਿਗੁਰ ਜਾਗਦੇ ਹਨ, ਭੁੱਲੀ ਮਾਲਨੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। ਬਾਣੀ ਸੁਣ ਸੁਣ ਕੇ ਕੀਰਤਨ ਸੁਣ ਸੁਣ ਕੇ, ਪ੍ਰਭੂ ਦਾ ਨਾਮ ਸੁਣ ਸੁਣ ਕੇ ਮਨੁੱਖ ਮੋਹ ਮਾਇਆ ਦੀ ਨੀਂਦ ਦੇ ਵਿੱਚੋਂ ਜਾਗ ਜਾਂਦਾ ਹੈ। ਇਸ ਦੀ ਅੱਖ ਖੁੱਲ੍ਹ ਜਾਂਦੀ ਹੈ, ਅਸਲੀਅਤ ਦਾ ਪਤਾ ਚੱਲ ਜਾਂਦਾ ਹੈ। ਜਾਂ ਫਿਰ ਸਾਧ ਸੰਗਤ ਜੀ ਜਿਹੜੀਆਂ ਰੰਗ ਰਤੜੀਆਂ ਰੂਹਾਂ ਹੁੰਦੀਆਂ ਹਨ ਉਹ ਜਾਗਦੀਆਂ ਹਨ, ਉਹ ਸੁੱਤੇ ਹੋਏ ਜੀਵ ਨੂੰ ਜਗਾਉਂਦੇ ਹਨ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਾ ਸ਼ਬਦ ਗੁਰ ਸੰਤਾ ਧੂੜ ਵਿਭੂਤ ਸੋਲਾਸੀ। ਜਾਂ ਤਾਂ ਸਵੈਮ ਬੰਦਾ ਕੋਸ਼ਿਸ਼ ਕਰੇ, ਪੂਰੀ ਮਿਹਨਤ ਲਗਾਵੇ, ਪੂਰੀ ਤਾਕਤ ਲਗਾਵੇ, ਫਿਰ ਸਰੀਰ ਹਿੱਲਣ ਜੁਲਣ ਲੱਗ ਪੈਂਦਾ ਹੈ। ਜਾਂ ਤਾਂ ਬੰਦਾ ਪੂਰੀ ਕੋਸ਼ਿਸ਼ ਕਰੇ, ਡਟ ਕੇ ਅਭਿਆਸ ਕਰੇ, ਫਿਰ ਸਹਿਜੇ ਸਹਿਜ ਜਿਹੜੀ ਮੋਹ ਮਾਇਆ ਦੀ ਨੀਂਦ ਹੈ ਖੁੱਲ੍ਹ ਜਾਂਦੀ ਹੈ। ਜਾਂ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਵੇ, ਸਤਿਪੁਰਸ਼ਾਂ ਦੀ ਸ਼ਰਨ ਦੇ ਵਿੱਚ ਪੈ ਜਾਵੇ, ਉਹ ਫਿਰ ਸੁੱਤੇ ਹੋਏ ਜੀਵ ਨੂੰ ਜਗਾ ਦਿੰਦੇ ਹਨ।
ਮਹਾਰਾਜ ਸਮਝਾ ਰਹੇ ਹਨ ਕਿ ਹੇ ਭਾਈ, ਤੇਰੀ ਜਿਹੜੀ ਜੀਵਨ ਰੂਪੀ ਰਾਤ ਹੈ ਇਹ ਕਿਧਰੇ ਸੁੱਤਿਆਂ ਸੁੱਤਿਆਂ ਹੀ ਨਾ ਬਤੀਤ ਹੋ ਜਾਵੇ। ਸਤਿਗੁਰ ਕਾ ਸ਼ਬਦ ਸੁਨਣਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਕਿਵੇਂ ਜਾਗਦਾ ਹੈ? ਜਿਹੜੇ ਗੁਰਮੁਖ ਹਨ ਉਹ ਗੁਰੂ ਦਾ ਸ਼ਬਦ ਸੁਣ ਕੇ, ਸਤਿਗੁਰੂ ਦਾ ਸ਼ਬਦ ਸੁਣ ਕੇ ਜਾਗ ਜਾਂਦੇ ਹਨ। ਪਰ ਮਨਮੁਖ ਜੀਵ ਜਿਹੜੇ ਹਨ ਉਦੋਂ ਜਾਗਦੇ ਹਨ ਜਦ ਸਾਰਾ ਕੁਝ ਖਤਮ ਹੋ ਜਾਂਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਜਦੋਂ ਅਗਲੇ ਕਹਿ ਦਿੰਦੇ ਹਨ ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ, ਚੱਲ ਹੁਣ ਤੈਨੂੰ ਲੈਣ ਆ ਗਏ ਆ, ਅੱਗੇ ਲੱਗ, ਉਦੋਂ ਜਾਗਦੇ ਹਨ। ਮਹਾਰਾਜ ਕਹਿੰਦੇ ਸਤਿਗੁਰੂ ਦਾ ਸ਼ਬਦ ਸੁਣ ਕੇ ਤੂੰ ਜਾਗਣਾ ਨਹੀਂ ਕੀਤਾ, ਤੇਰੇ ਅੰਦਰ ਪ੍ਰਭੂ ਮਿਲਣ ਦਾ, ਪ੍ਰਭੂ ਸਿਮਰਨ ਦਾ ਜਿਹੜਾ ਚਾਅ ਹੈ ਉਹ ਪੈਦਾ ਨਹੀਂ ਹੋਇਆ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਿਹੜੇ ਸਰੀਰ ਦੁਆਰਾ ਗੁਰੂ ਦੀ ਕਾਰ ਨਹੀਂ ਕਮਾਈ ਜਾਂਦੀ ਹੈ, ਕਹਿੰਦੇ ਉਹ ਸਰੀਰ ਜਲ ਜਾਣਾ ਚਾਹੀਦਾ ਹੈ। ਜੋ ਗੁਰੂ ਦੀ ਦੱਸੀ ਹੋਈ ਕਾਰ ਸੇਵਾ ਸਿਮਰਨ ਨਹੀਂ ਕਰਦਾ ਹੈ, ਹੱਥਾਂ ਦੇ ਨਾਲ ਸੇਵਾ ਨਹੀਂ ਕੀਤੀ ਜਾਂਦੀ, ਪੈਰਾਂ ਦੇ ਨਾਲ ਗੁਰੂ ਦੇ ਘਰ ਦੇ ਵਿੱਚ ਨਹੀਂ ਜਾਇਆ ਜਾਂਦਾ। ਚਿਰੰਕਾਲ ਮਾਨਸ ਜਨਮ ਅਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਲੋਚਨ ਅਮੋਲ ਗੁਰ ਦਰਸ਼ ਅਮੋਲ ਦੇਖੇ, ਸਰਵਣ ਅਮੋਲ ਗੁਰ ਬਚਨ ਧਰਨ ਕੈ। ਨਾਸਕਾ ਅਮੋਲ ਚਰਨਾਰ ਬਿੰਦ ਬਾਸ਼ਨਾ ਕੈ, ਰਸਨ ਅਮੋਲ ਗੁਰ ਮੰਤਰ ਸਿਮਰਨ ਕੈ। ਹਸਤ ਅਮੋਲ ਗੁਰ ਦੇਵ ਸੇਵ ਕੈ ਸਫਲ, ਚਰਨ ਅਮੋਲ ਪਰ ਦਛਣਾ ਕਰਨ ਕੈ। ਜਿਨ੍ਹਾਂ ਅੱਖਾਂ ਦੇ ਨਾਲ ਗੁਰੂ ਦੇ ਸੰਗਤ ਦੇ ਦਰਸ਼ਨ ਕੀਤੇ ਜਾਂਦੇ ਹਨ ਉਹਨਾਂ ਦੀ ਮਹਿਮਾ ਹੀ ਨਹੀਂ ਕਹੀ ਜਾ ਸਕਦੀ, ਅਮੋਲਕ ਹਨ। ਇੱਕ ਤਾਂ ਹੁੰਦੇ ਹੈ ਨਾ ਵੀ ਕਿਸੇ ਚੀਜ਼ ਦਾ ਕੋਈ ਮੁੱਲ ਪੈ ਜਾਵੇ, ਕਹਿੰਦੇ ਤਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਹਿ ਰਾਮ। ਉਹਨਾਂ ਕਦਮਾਂ ਦੀ ਕੀ ਮਹਿਮਾ ਬਿਆਨ ਕੀਤੀ ਜਾ ਸਕਦੀ ਹੈ, ਉਹਨਾਂ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ ਜਿਹੜੇ ਗੁਰੂ ਦੇ ਦੱਸੇ ਰਾਹ ਦੇ ਉੱਪਰ ਚੱਲਦੇ ਹਨ। ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਝੰਜੋੜਦੇ ਹਨ ਵੀ ਐਸਾ ਸਰੀਰ ਜਲ ਜਾਣਾ ਚਾਹੀਦਾ ਹੈ ਜਿਹੜਾ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਮਾਉਂਦਾ ਹੈ। ਜਗਤ ਜਲੰਦਾ ਡਿਠ ਮੈਂ, ਹਉ ਮੈਂ ਦੂਜੈ ਪਾਏ। ਜਗਤ ਨੂੰ ਜਲਦਾ ਹੋਇਆ ਦੇਖ ਕੇ ਕਹਿੰਦੇ ਮੈਂ ਦੇਖਣਾ ਕੀਤਾ ਹੈ। ਹਉਮੈ ਹੰਕਾਰ ਦੇ ਵਿੱਚ, ਦੂਜੇ ਭਾਵ ਦੇ ਵਿੱਚ ਜਿਹੜਾ ਜਗਤ ਹੈ ਉਹ ਜਲ ਰਿਹਾ ਹੈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਕੋਈ ਤ੍ਰਿਸ਼ਨਾ ਦੀ ਅਗਨ ਦੇ ਵਿੱਚ, ਕੋਈ ਵਾਸ਼ਨਾ ਦੀ ਅਗਨ ਦੇ ਵਿੱਚ, ਕੋਈ ਹੰਕਾਰ ਦੀ ਅਗਨ ਦੇ ਵਿੱਚ ਜਲ ਰਿਹਾ ਹੈ। ਭਾਈ ਕੇਦਾਰੀ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜਗਤ ਜਲ ਰਿਹਾ ਹੈ, ਮੈਂ ਕਿਹੜਾ ਬਚਿਆ ਹੋਇਆ ਹਾਂ, ਮੈਂ ਵੀ ਜਲ ਰਿਹਾ ਹਾਂ। ਇਸ ਗੱਲ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਨਾ, ਫਿਰ ਕੋਈ ਰਸਤਾ ਖੁੱਲ੍ਹੇਗਾ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ, ਆਖਿਆ ਸੰਗਤ ਦੇ ਵਿੱਚ ਆ ਜਾਈਏ। ਜਿਵੇਂ ਜੰਗਲ ਨੂੰ ਅੱਗ ਲੱਗੀ ਹੋਈ ਹੋਵੇ, ਕੋਈ ਹਿਰਨ ਪਾਣੀ ਦੇ ਤਲਾਬ ਦੇ ਵਿੱਚ ਚਲਿਆ ਜਾਵੇ ਉਹਦਾ ਬਚਾਅ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੰਗਤ ਦੇ ਵਿੱਚ ਆ ਜਾਂਦਾ ਹੈ ਉਹਨੂੰ ਸ਼ਾਂਤੀ ਮਿਲਦੀ ਹੈ, ਸੁੱਖ ਮਿਲਦਾ ਹੈ।
ਜਗਤ ਜਲ ਰਿਹਾ ਹੈ ਹਉਮੈ ਹੰਕਾਰ ਦੂਜੇ ਭਾਵ ਦੇ ਵਿੱਚ। ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਤੇ ਆਏ। ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਉਹ ਬਚ ਜਾਂਦੇ ਹਨ। ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਦੇ ਵਿੱਚ ਉਸ ਪ੍ਰਭੂ ਦਾ ਸਿਮਰਨ ਕਰਦੇ ਹਨ। ਮਹੱਲਾ ਤੀਜਾ। ਸ਼ਬਦ ਰਤੇ ਹਉਮੈ ਗਈ ਸੋਭਾਵੰਤੀ ਨਾਰ। ਜੋ ਗੁਰਮੁਖ ਜੀਵ ਸ਼ਬਦ ਦੇ ਵਿੱਚ ਰੱਤੇ ਗਏ ਰੰਗੇ ਗਏ ਉਹਨਾਂ ਦੇ ਅੰਦਰ ਹਉਮੈ ਜਿਹੜੀ ਹੈ ਉਹ ਚਲੇ ਜਾਂਦੀ ਹੈ। ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ। ਐਸੀ ਕਹਿੰਦੇ ਜੋ ਜੀਵ ਰੂਪ ਇਸਤਰੀ ਹੈ ਉਹ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ, ਸੋਭਾ ਵਾਲੀ ਬਣ ਜਾਂਦੀ ਹੈ। ਫਿਰ ਕੈ ਭਾਣੈ ਸਦਾ ਚੱਲੈ ਤਾ ਬਨਿਆ ਸੀਗਾਰ। ਜੋ ਜੀਵ ਰੂਪ ਇਸਤਰੀ ਉਸ ਪ੍ਰਭੂ ਪਤੀ ਦੇ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਤੁਰਦੀ ਹੈ ਚੱਲਦੀ ਹੈ ਉਸ ਦਾ ਫਿਰ ਕਹਿੰਦੇ ਜਿਹੜਾ ਸ਼ਿੰਗਾਰ ਹੈ ਬਣਿਆ ਹੋਇਆ ਤਾਂ ਸ਼ੋਭਦਾ ਹੈ ਚੰਗਾ ਤਾਂ ਉਸ ਦੀ ਮਾਨਤਾ ਹੈ। ਜੇਕਰ ਪ੍ਰਭੂ ਦੇ ਭਾਣੇ ਦੇ ਵਿੱਚ ਨਹੀਂ ਚੱਲਦਾ ਜੀਵ ਕਹਿੰਦੇ ਫਿਰ ਜਿੰਨੇ ਮਰਜੀ ਅਡੰਬਰ ਬਣਾ ਲਵੇ। ਮਹਾਰਾਜ ਨੇ ਕੱਲ੍ਹ ਹੀ ਫਰਮਾਇਆ ਸੀ ਨਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਹੜੀ ਇਸਤਰੀ ਆਪਣੇ ਪਤੀ ਦੇ ਹੁਕਮ ਦੇ ਵਿੱਚ ਨਹੀਂ ਚੱਲਦੀ ਹੈ ਜਿੰਨਾ ਮਰਜੀ ਹਾਰ ਸ਼ਿੰਗਾਰ ਕਰੇ ਉਸ ਨੂੰ ਪ੍ਰਸੰਨਤਾ ਨਹੀਂ ਮਿਲਦੀ ਹੈ। ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ ਹੀ ਸੁਖ ਹੈ। ਸੀਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ। ਪ੍ਰਭੂ ਪਤੀ ਦੇ ਹੁਕਮ ਦੇ ਵਿੱਚ ਚੱਲਣ ਵਾਲੀ ਜੀਵ ਰੂਪ ਇਸਤਰੀ ਜਿਹੜੀ ਹੈ ਉਹ ਹਰੀ ਪ੍ਰਭੂ ਪਤੀ ਨੂੰ ਪ੍ਰਾਪਤ ਕਰ ਲੈਂਦੀ ਹੈ। ਉਸ ਦੀ ਸੇਜ ਦੇ ਉੱਪਰ ਉਹ ਪ੍ਰਭੂ ਪਤੀ ਜੋ ਹੈ ਉਹ ਕਹਿੰਦੇ ਹਮੇਸ਼ਾ ਹੀ ਆਉਂਦਾ ਹੈ, ਉਸ ਨੂੰ ਹਮੇਸ਼ਾ ਹੀ ਸੁੱਖ ਦਿੰਦਾ ਹੈ, ਸਦਾ ਹੀ ਉਸ ਦੇ ਮਿਲਾਪ ਦਾ ਸੁੱਖ ਮਾਣਦੀ ਹੈ। ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ। ਦੁਨਿਆਵੀ ਪਤੀ ਤਾਂ ਚਲਾਣਾ ਵੀ ਕਰ ਸਕਦਾ ਹੈ ਪਰ ਕਹਿੰਦੇ ਪ੍ਰਭੂ ਪਤੀ ਨਾ ਕਦੇ ਮਰਦਾ ਹੈ ਨਾ ਉਹ ਮਰੈ ਨਾ ਹੋਵੇ ਸੋਗ। ਇਸ ਕਰਕੇ ਕਹਿੰਦੇ ਜੀਵ ਰੂਪ ਇਸਤਰੀ ਨੂੰ ਕਦੇ ਵਿਧਵਾ ਨਹੀਂ ਹੋਣਾ ਪੈਂਦਾ, ਰੰਡੇਪਾ ਨਹੀਂ ਚੱਲਣਾ ਪੈਂਦਾ, ਸਦਾ ਹੀ ਉਹਦੇ ਜੀਵਨ ਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ। ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ। ਕਹਿੰਦੇ ਗੁਰੂ ਦੇ ਪਿਆਰ ਦੁਆਰਾ ਗੁਰੂ ਦੀ ਬਰਕਤ ਦੇ ਨਾਲ ਗੁਰੂ ਦੀ ਮਿਹਰ ਦੇ ਨਾਲ ਉਸ ਪ੍ਰਭੂ ਪਤੀ ਨੇ ਜੀਵ ਰੂਪ ਇਸਤਰੀ ਨੂੰ ਆਪਣੇ ਨਾਲ ਉਹ ਮੇਲ ਲੈਂਦਾ ਹੈ ਸਦਾ ਵਾਸਤੇ ਹੀ। ਕਦੇ ਵਾਸਤੇ ਵੀ ਇਹ ਜੀਵ ਰੂਪ ਇਸਤਰੀ ਦਾ ਵਿਛੋੜਾ ਨਹੀਂ ਪੈਂਦਾ ਹੈ। ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਪੌੜੀ ਦੇ ਵਿੱਚ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਜਿਨ੍ਹਾਂ ਆਪਣੇ ਗੁਰੂ ਨੂੰ ਗੋਪਣ ਦੀ ਨੀਵਾਂ ਵਿਖਾਉਣ ਦੀ ਛੁਟਿਆਉਣ ਦੀ ਕੋਸ਼ਿਸ਼ ਕੀਤੀ ਹੈ ਐਸੀਆਂ ਕਹਿੰਦੇ ਜੀਵ ਰੂਪ ਇਸਤਰੀਆਂ ਬਹੁਤ ਬੁਰੀਆਂ ਹਨ, ਉਹ ਜੀਵ ਬਹੁਤ ਬੁਰੇ ਹਨ। ਗੁਰੂ ਦੀ ਸੋਭਾ ਕਰਨੀ ਚਾਹੀਦੀ ਹੈ। ਗੁਰੂ ਦੀ ਸੋਭਾ ਦੇ ਨਾਲ ਬੰਦੇ ਦੀ ਆਪਣੇ ਆਪ ਹੀ ਸੋਭਾ ਹੋ ਜਾਂਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ ਤਾਕੀ ਚਰਨ ਸ਼ਰਨ ਜਗਤ ਚੱਲ ਜਾਵਹੀ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ ਆਗਿਆ ਤਾਹੇ ਸਕਲ ਸੰਸਾਰੈ ਹਿਤਾਵਹੀ। ਸਤਿਗੁਰ ਭਾਏ ਪ੍ਰਾਣ ਪੂਜਾ ਕਰੈ ਸਿੱਖ ਸਕਲ ਨਿਧਾਨ ਅਗਰ ਭਾਗ ਲਿਵ ਲਾਵਹੀ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ ਤਾਕੀ ਸੇਖ ਸੁਨਤ ਪਰਮ ਪਦ ਪਾਵਹੀ।
ਪਰ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਅੱਜ ਐਸੇ ਐਸੇ ਜੀਵ ਪੈਦਾ ਹੋ ਜਾਂਦੇ ਹਨ ਜਿਹੜੇ ਗੁਰੂ ਕੇ ਅਸਥਾਨਾਂ ਦੀ, ਗੁਰੂ ਕੇ ਸਰੋਵਰਾਂ ਦੀ, ਗੁਰੂ ਘਰ ਦੀ ਕਈ ਪ੍ਰਕਾਰ ਦੇ ਨਾਲ ਨਿੰਦਾ ਕਰਦੇ ਹਨ, ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਸਪਸ਼ਟ ਕਰ ਰਹੇ ਹਨ, ਚਲੋ ਕਿਸੇ ਸੰਸਥਾ ਦੇ ਵਿੱਚ ਕੋਈ ਬੰਦਾ ਮਾੜਾ ਹੋ ਸਕਦਾ ਹੈ, ਗੁਰੂ ਦਾ ਘਰ ਥੋੜੀ ਮਾੜਾ ਹੋ ਗਿਆ ਹੈ। ਇਹਦੀ ਸੋਭਾ ਤਾਂ ਜੁਗੋ ਜੁਗ ਅਟਲ ਹੈ। ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਕਹਿੰਦੇ ਉਹ ਬਹੁਤ ਬੁਰੇ ਹਨ ਐਸੇ ਜੀਵ ਜਿਹੜੇ ਸਤਿਗੁਰੂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਗੁਰੂ ਨੂੰ ਛਪਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਜੀਉ ਤਿਨ ਕਾ ਦਰਸ਼ਨ ਨਾ ਕਰਹੁ, ਪਾਪਿਸ਼ਟ ਹਤਿਆਰੀ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹੇ ਭਾਈ, ਉਹਨਾਂ ਜੀਵਾਂ ਦਾ ਤੁਸੀਂ ਦਰਸ਼ਨ ਨਾ ਕਰੋ, ਉਹ ਬਹੁਤ ਪਾਪੀ ਹਨ। ਇੱਕ ਤਾਂ ਹਥਿਆਰੇ ਉਹ ਹੁੰਦੇ ਹਨ ਜਿਹੜੇ ਕਿਸੇ ਸਰੀਰ ਦੀ ਹੱਤਿਆ ਕਰਦੇ ਹਨ, ਪਰ ਕਹਿੰਦੇ ਇਹ ਜਿਹੜੇ ਹਥਿਆਰੇ ਹਨ ਬਹੁਤ ਵੱਡੇ ਹਥਿਆਰੇ ਹਨ, ਕਿਸੇ ਨੂੰ ਅੰਦਰੋਂ ਤੋੜ ਦਿੰਦੇ ਹਨ। ਤੁਸੀਂ ਸਰੋਵਰ ਵਿੱਚ ਇਸ਼ਨਾਨ ਕਰਕੇ ਕੀ ਕਰਨਾ ਹੈ? ਤੁਸੀਂ ਲੈਣਾ ਦੇ ਵਿੱਚ ਲੱਗ ਕੇ ਕੀ ਕਰਨਾ ਹੈ? ਸਾਧ ਸੰਗਤ ਜੀ ਜਿਹੜਾ ਇੱਥੇ ਸੰਗਤ ਦੇ ਵਿੱਚ ਆ ਕੇ ਧੱਕੇ ਖਾ ਲਵੇਗਾ, ਜਮਾਂ ਦੇ ਧੱਕਿਆਂ ਤੋਂ ਬਚ ਜਾਵੇਗਾ। ਉਹ ਸੰਸਾਰ ਦੀਆਂ ਵਿਅਰਥ ਦੀਆਂ ਉਲਝਣਾਂ ਦੇ ਕੋਟ ਕਚਹਿਰੀਆਂ ਦੇ ਧੱਕਿਆਂ ਤੋਂ ਬਚ ਜਾਵੇਗਾ ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਹਾਜ਼ਰੀ ਭਰ ਲਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਬੜੇ ਪਾਪੀ ਹਨ ਜਿਹੜੇ ਜੀਵਾਂ ਨੂੰ ਅੰਦਰੋਂ ਤੋੜਦੇ ਹਨ, ਬੜੇ ਵੱਡੇ ਪਾਪੀ ਹਨ, ਹਥਿਆਰੇ ਹਨ। ਉਹਨਾਂ ਦੇ ਦਰਸ਼ਨ ਹੀ ਨਹੀਂ ਕਰਨੇ ਚਾਹੀਦੇ ਹਨ, ਉਹਨਾਂ ਦੇ ਮੱਥੇ ਹੀ ਨਹੀਂ ਲੱਗਣਾ ਚਾਹੀਦਾ ਹੈ। ਦੇਖੋ, ਜੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਇਹ ਬਚਨ ਕਹਿ ਸਕਦੇ ਹਨ, ਉਹ ਗੁਰੂ ਪੁੱਤਰ ਹਨ, ਤਾਂ ਹੋਰ ਬੰਦੇ ਨੂੰ ਵੀ ਕਹਿ ਸਕਦੇ ਹਨ। ਉਹਨੇ ਗੁਰੂ ਘਰ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਨਾ, ਵੀ ਨਹੀਂ ਇਹ ਲਿਖਾਰੀ ਦੀ ਗਲਤੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਨਹੀਂ, ਇਹ ਮਿੱਟੀ ਬੇਈਮਾਨ ਕੀ ਹੈ। ਚਾਹੀਦਾ ਤਾਂ ਇਹ ਸੀ ਵੀ ਸਹੀ ਢੰਗ ਦੇ ਨਾਲ ਉਹਦੇ ਪੰਕਤੀਆਂ ਦੇ ਅਰਥ ਕਰਦੇ ਵੀ ਬਾਦਸ਼ਾਹ ਸਾਰੇ ਮੁਸਲਮਾਨ ਇੱਕੋ ਜਿਹੇ ਨਹੀਂ, ਇੱਥੇ ਸਾਈਂ ਮੀਆਂ ਮੀਰ ਵਰਗੇ ਵੀ ਹਨ, ਇੱਥੇ ਸਾਈਂ ਭਗਤ ਫਰੀਦ ਸਾਹਿਬ ਜੀ ਵਰਗੇ ਵੀ ਹਨ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹਨ। ਸਹੀ ਢੰਗ ਦੇ ਨਾਲ ਅਰਥ ਤਾਂ ਨਹੀਂ ਕੀਤਾ, ਖੁਸ਼ਾਮਦ ਦੇ ਵਿੱਚ ਆ ਗਏ। ਸਤਿਗੁਰੂ ਜੀ ਨੇ ਆਖਿਆ ਸੀ ਵੀ ਸਿੱਖਾਂ ਨੂੰ ਹੁਕਮ ਕੀਤਾ ਵੀ ਇਹਦੇ ਮੱਥੇ ਨਹੀਂ ਲੱਗਣਾ, ਇਹਦੇ ਦਰਸ਼ਨ ਨਹੀਂ ਕਰਨੇ। ਜਿਹੜੇ ਰਾਮ ਰਾਏ ਦੇ ਦਰਸ਼ਨ ਕਰਨਗੇ ਉਹਨੂੰ ਦੁੱਖ ਲੱਗਣਗੇ, ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨਗੇ ਉਹਨਾਂ ਦੇ ਦੁੱਖ ਲੱਥਣਗੇ। ਇਹਨਾਂ ਬਚਨਾਂ ਨੂੰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਹਰਾਇਆ ਹੈ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਇਸ ਕਰਕੇ ਜਿਹੜੇ ਗੁਰੂ ਘਰ ਦੇ ਨਾਲੋਂ ਸਤਿਗੁਰ ਦੇ ਨਾਲੋਂ ਤੋੜਦੇ ਹਨ, ਉਹਨਾਂ ਦੇ ਮਹਾਰਾਜ ਕਹਿੰਦੇ ਮੱਥੇ ਨਹੀਂ ਲੱਗਣਾ ਚਾਹੀਦਾ ਹੈ। ਉਹੇ ਘਰ ਘਰ ਫਿਰੇ ਕਸੁੱਧ ਮਨ, ਜਿਉ ਧਰ ਕਟ ਨਾਰੀ। ਉਹ ਕਹਿੰਦੇ ਮੈਲੇ ਮਨ ਵਾਲੇ ਜਿਹੜੇ ਹਨ ਘਰ ਘਰ ਦੇ ਵਿੱਚ ਭਟਕਦੇ ਫਿਰਦੇ ਹਨ, ਜਿਸ ਤਰ੍ਹਾਂ ਕਹਿੰਦੇ ਧਰਕਟ ਕਹਿੰਦੇ ਹਨ ਛੁੱਟੜ ਇਸਤਰੀ ਨੂੰ, ਜਿਉਂ ਛੁੱਟੜ ਘਰ ਘਰ ਫਿਰੈ ਦੁਹ ਚਾਰਨ ਬਦ ਨਾਓ। ਕਦੇ ਕਿਸੇ ਨੂੰ ਕਹਿੰਦੇ ਹਨ ਮੇਰੀ ਸਹਾਇਤਾ ਕਰੋ, ਕਦੇ ਕਿਸੇ ਨੂੰ ਕਹਿੰਦੇ ਹਨ ਮੇਰੀ ਸਹਾਇਤਾ ਕਰੋ। ਇਸ ਤਰ੍ਹਾਂ ਕਹਿੰਦੇ ਉਹ ਦਰਬ ਦਰ ਦੇ ਉੱਪਰ ਠੋਕਰਾਂ ਖਾਂਦੇ ਫਿਰਦੇ ਹਨ। ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਕੀ ਸੰਗਤ ਨਸੀਬ ਹੁੰਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਐਸੇ ਗੁਰਮੁਖਾਂ ਦਾ ਜੀਵਨ ਸਵਾਰਿਆ ਜਾਂਦਾ ਹੈ। ਬਸ ਗੱਲ ਹੈ ਵੀ ਜਿਸ ਤਰ੍ਹਾਂ ਦੀ ਨੀਅਤ ਦੇ ਨਾਲ ਆਓ, ਉਸ ਹਿਸਾਬ ਦੇ ਨਾਲ ਹੀ ਫਿਰ ਅੱਗੋਂ ਬਰਕਤ ਮਿਲਦੀ ਹੈ।
ਸੰਸਾਰ ਦੇ ਵਿੱਚ ਚੰਗਾ ਵੀ ਬਹੁਤ ਹੈ, ਮਾੜਾ ਵੀ ਬਹੁਤ ਹੈ। ਜਿਹੜਾ ਘਰੋਂ ਲੜ ਕੇ ਆਇਆ ਸੀ ਨਾ, ਆਖਣ ਲੱਗਾ ਦੇਖੋ ਰੁੱਖ ਦੇ ਪੱਤੇ ਆਪਸ ਦੇ ਵਿੱਚ ਕਿਵੇਂ ਲੜ ਰਹੇ ਹਨ। ਪਰ ਜਿਹੜਾ ਸੰਗੀਤਕਾਰ ਸੀ ਆਖਣ ਲੱਗਾ ਇਹ ਤਾਂ ਇਹਦੇ ਦੇ ਵਿੱਚੋਂ ਤਾਂ ਧੁਨਾਂ ਨਿਕਲ ਰਹੀਆਂ ਹਨ ਸੰਗੀਤ ਦੀਆਂ। ਇਹ ਆਪਣੀ ਨੀਅਤ ਦੇ ਉੱਪਰ ਡਿਪੈਂਡ ਕਰਦਾ ਹੈ। ਸਤਿਗੁਰ ਦੇ ਘਰ ਦੇ ਵਿੱਚ ਬਰਕਤਾਂ ਦੀ ਕੋਈ ਕਮੀ ਨਹੀਂ ਹੈ। ਝੋਲੀ ਫੈਲਾ ਕੇ ਆਓ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰ ਜਾਣਗੀਆਂ। ਇਸ ਕਰਕੇ ਕਹਿੰਦੇ ਜਿਹੜੇ ਗੁਰਮੁਖ ਹਨ, ਗੁਰੂ ਦੇ ਰਾਹੀਂ ਜਿਹੜੇ ਭਾਵਨਾ ਬਣਾਉਂਦੇ ਹਨ, ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ। ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕੋ ਬਲਿਹਾਰੀ। ਮਹਾਰਾਜ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਹਨ। ਪ੍ਰਭੂ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ ਦਇਆ ਕਰਕੇ, ਕਿਰਪਾ ਕਰਕੇ ਤੁਸੀਂ ਸਾਨੂੰ ਗੁਰੂ ਦੇ ਨਾਲ ਮਿਲਾ ਦਿਓ, ਸੱਚੇ ਪੂਰੇ ਸੂਰੇ ਸਤਿਗੁਰੂ ਦਾ ਮਿਲਾਪ ਕਰਵਾ ਦਿਓ। ਮੈਂ ਐਸੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਸ ਦੀ ਕਿਰਪਾ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਸ਼ਬਦ ਹੈ ਉਸ ਦੇ ਵੀ ਅੱਖਰੀ ਅਰਥ ਜੋ ਹਨ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਦੇ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ, ਜਪ ਗੋਬਿੰਦ ਗੋਪਾਲ ਲਾਲ। ਕਹਿੰਦੇ ਹੈ ਭਾਈ ਉਸ ਗੋਬਿੰਦ ਸ੍ਰਿਸ਼ਟੀ ਦੇ ਸਿਰਜਣਹਾਰ, ਪਾਲਣਹਾਰ, ਉਸ ਅਮੋਲਕ ਲਾਲ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਜਪ ਕਰ, ਉਸ ਨੂੰ ਯਾਦ ਕਰ। ਕਿਉਂਕਿ ਪਰਮਾਰਥ ਦੇ ਰਸਤੇ ਦੇ ਉੱਪਰ ਲੱਗਣ ਦਾ ਸਭ ਤੋਂ ਪਹਿਲਾ ਤਰੀਕਾ, ਸਭ ਤੋਂ ਪਹਿਲਾ ਡੰਡਾ ਜਿਹੜਾ ਹੈ ਨਾ ਪੌੜੀ ਦਾ, ਇਹ ਜਪ ਹੀ ਹੈ। ਕੋਈ ਬੰਦਾ ਆਖੇ ਵੀ ਮੈਂ ਪਹਿਲੇ ਡੰਡੇ ਤੇ ਪੈਰ ਨਹੀਂ ਰੱਖਣਾ, ਚੌਥੇ ਤੇ ਰੱਖਣਾ ਹੈ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਬੁਰਕੀ ਮੂੰਹ ਦੇ ਵਿੱਚ ਪਾਵਾਂਗਾ, ਇਹ ਸਹਿਜੇ ਸਹਿਜੇ ਫਿਰ ਕੰਠ ਦੇ ਵਿੱਚ ਜਾਵੇਗੀ, ਪੇਟ ਦੇ ਵਿੱਚ ਜਾਵੇਗੀ, ਖੂਨ ਬਣੇਗੀ। ਇਸੇ ਤਰ੍ਹਾਂ ਜਪ ਕਰਦਿਆਂ ਕਰਦਿਆਂ ਫਿਰ ਆਰਾਧਨ ਦੀ, ਫਿਰ ਧਿਆਉਣ ਦੀ, ਫਿਰ ਸਿਮਰਨ ਦੀ, ਇਹ ਅੱਗੋਂ ਤੋਂ ਅੱਗੋਂ ਚੱਲ ਕੇ ਫਿਰ ਅਵਸਥਾ ਬਣਦੀ ਹੈ। ਸ਼ੁਰੂ ਦੇ ਵਿੱਚ ਰਸਨਾ ਤੋਂ ਹੀ ਜਪਣਾ ਪੈਂਦਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ, ਹੇ ਭਾਈ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਜਪ ਕਰ। ਰਾਮ ਨਾਮ ਸਿਮਰ ਤੂ ਜੀਵਹਿ, ਫਿਰ ਨਾ ਖਾਈ ਮਹਾਕਾਲ। ਰਾਮ ਨਾਮ ਦਾ ਸਿਮਰਨ ਕਰਕੇ ਤੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਵੇਗੀ। ਫਿਰ ਕਹਿੰਦੇ ਮਹਾਕਾਲ ਜਿਹੜਾ ਹੈ ਨਾ, ਮੌਤ ਜੋ ਹੈ, ਜਮ ਹੈ, ਉਹ ਤੇਰੇ ਨੇੜੇ ਨਹੀਂ ਆਵੇਗਾ। ਜਹ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਭਾਵੇਂ ਆਪਾਂ ਦੇਖਦੇ ਹਾਂ ਸਮੇਂ ਦੇ ਨਾਲ ਵੱਡੇ ਵੱਡੇ ਅਵਤਾਰੀ ਪੁਰਸ਼ ਵੀ ਸੰਸਾਰ ਦੇ ਵਿੱਚੋਂ ਜਾਂਦੇ ਹਨ, ਪਰ ਸਾਧ ਸੰਗਤ ਜੀ ਮਨਮੁਖਾਂ ਦਾ ਜਾਣਾ ਅਤੇ ਗੁਰਮੁਖਾਂ ਦੇ ਜਾਣ ਦੇ ਵਿੱਚ ਬਹੁਤ ਅੰਤਰ ਹੁੰਦਾ ਹੈ, ਫਰਕ ਹੁੰਦਾ ਹੈ। ਐਸੋ ਇਸ ਸੰਸਾਰ ਪੇਖਣਾ ਰਹਿ ਨ ਕੋ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁ ਧੱਕਾ ਦਿਵਈ ਹੈ ਰੇ। ਬਾਰੇ ਬੂਢੇ ਤਰੁਨੇ ਭਈਆ ਸਭੂ ਜਮ ਲੈ ਜਈ ਹੈ ਰੇ। ਮਾਨਸ ਬਪਰਾ ਮੂਸਾ ਕੀਨੋ ਮੂਇਚ ਬਲਈਆ ਖਈ ਹੈ ਰੇ। ਧਨਵੰਤਾ ਔਰ ਨਿਰਧਨ ਮਨਈ ਤਾਕੀ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ। ਫਿਰ ਆਖਿਆ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਕਹਿੰਦੇ ਉਹਨਾਂ ਨੂੰ ਆਮ ਲੋਕਾਂ ਦੇ ਜਾਣ ਵਾਂਗ ਨਾ ਸਮਝਣਾ, ਉਹਨਾਂ ਦੀ ਕਥਾ ਬੜੀ ਅਲੱਗ ਹੈ। ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇਸ ਕਰਕੇ ਮਹਾਰਾਜ ਸਮਝਾ ਰਹੇ ਹਨ
ਉਸ RAM ਨਾਮ ਦਾ ਸਿਮਰਨ ਕਰ, ਤੈਨੂੰ ਕਾਲ ਨਹੀਂ ਖਾਵੇਗਾ, ਤੂੰ ਆਤਮਕ ਮੌਤੇ ਮਰੇਗਾ ਨਹੀਂ। ਰਹਾਉ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਕੋਟ ਜਨਮ ਭ੍ਰਮ 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 ਆਇਓ। ਕਰੋੜਾਂ ਜਨਮ ਕਹਿੰਦੇ ਤੂੰ ਭਟਕ ਭਟਕ ਕੇ ਫਿਰ ਤੈਨੂੰ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ। ਪਤਾ ਨਹੀਂ ਇੱਕ ਇੱਕ ਜੂਨੀ ਦੇ ਵਿੱਚ ਕਿੰਨੀ ਵਾਰੀ ਭਟਕਣਾ ਪਿਆ ਹੈ। ਸੱਪ ਬਣਿਆ, ਫਿਰ ਸੱਪ ਬਣਿਆ, ਫਿਰ ਸੱਪ ਬਣਿਆ, ਖਰਗੋਸ਼ ਬਣਿਆ, ਬਲਦ ਬਣਿਆ, ਕੀੜੇ ਮਕੌੜੇ ਬਣਿਆ, ਬਾਰ-ਬਾਰ ਬਣਿਆ। ਇੱਕ ਇੱਕ ਜੂਨੀ ਦੇ ਵਿੱਚ ਲੱਖਾਂ ਵਾਰ ਭਟਕਣਾ ਪਿਆ, ਆਉਣਾ ਪਿਆ। ਇਹ ਵਾਹਿਗੁਰੂ ਜੀ ਦੀ ਖੇਡ ਬਹੁਤ ਵਿਸ਼ਾਲ ਹੈ। ਬਾਜੀਗਰ ਦੀ ਖੇਡ ਨੂੰ ਬਾਜੀਗਰ ਆਪ ਹੀ ਜਾਣਦਾ ਹੈ, ਜਾਂ ਫਿਰ ਜਿਹੜੇ ਬਾਜੀਗਰ ਦੇ ਲਾਗੇ ਰਹਿਣ ਵਾਲੇ ਹੁੰਦੇ ਹਨ ਉਹਨਾਂ ਨੂੰ ਥੋੜੀ ਸਮਝ ਪੈ ਜਾਂਦੀ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ, ਕਈ ਜਨਮਾਂ ਦੇ ਵਿੱਚ ਤੂੰ ਭਟਕਦਾ, ਕਈ ਜਨਮ ਭਏ ਕੀਟ ਪਤੰਗਾ। ਇੱਕ ਜਨਮ ਦੀ ਗੱਲ ਨਹੀਂ ਕੀਤੀ, ਕਹਿੰਦੇ ਕਈ ਜਨਮ ਤੈਨੂੰ ਕੀੜੇ ਮਕੌੜੇ ਬਣਨਾ ਪਿਆ ਹੈ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਹੁਣ ਕਹਿੰਦੇ ਮਿਲਣ ਦੀ ਵਾਰੀ ਆਈ ਹੈ, ਮਨੁੱਖਾ ਜੀਵਨ ਮਿਲਿਆ ਹੈ, ਕਿਧਰੇ ਇਸ ਨੂੰ ਐਵੇਂ ਨਾ ਗਵਾ ਲਵੀਂ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਹ ਸੱਚੇ ਮਹਿਲ ਦੇ ਵਿੱਚ ਪਹੁੰਚਣ ਵਾਸਤੇ ਇੱਕ ਪੌੜੀ ਦੀ ਤਰ੍ਹਾਂ ਹੈ, ਸੰਸਾਰ ਸਾਗਰ ਨੂੰ ਪਾਰ ਕਰਨ ਵਾਸਤੇ ਬੇੜੀ ਦੀ ਤਰ੍ਹਾਂ ਹੈ। ਇਸ ਕਰਕੇ ਕਹਿੰਦੇ ਕਈ ਜਨਮਾਂ ਦੇ ਵਿੱਚ ਤੂੰ ਭਟਕਦਾ ਹੋਇਆ ਆਇਆ ਹੈ। ਵੱਡੇ ਭਾਗ ਸਾਧ ਸੰਗ ਪਾਇਓ। ਪਹਿਲੀ ਗੱਲ ਤਾਂ ਇਹ ਵੀ ਉਹਦੀ ਵੱਡੀ ਕਿਸਮਤ ਹੁੰਦੀ ਹੈ ਜਿਹਨੂੰ ਮਨੁੱਖਾ ਜੀਵਨ ਮਿਲਦਾ ਹੈ। ਦੂਸਰੀ ਕਹਿੰਦੇ ਵੱਡੀ ਗੱਲ ਇਹ ਹੈ ਵੀ ਵੱਡੇ ਭਾਗਾਂ ਦੇ ਨਾਲ ਕਿਸੇ ਨੂੰ ਸੰਗਤ ਦੇ ਵਿੱਚ ਬੈਠਣਾ ਨਸੀਬ ਹੁੰਦਾ ਹੈ। ਸਭ ਨੂੰ ਨਹੀਂ ਪ੍ਰਾਪਤ ਹੁੰਦੀ ਹੈ ਸੰਗਤ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਹਿੰਦੇ ਇਸ ਕਰਕੇ ਸੰਗਤ ਦੇ ਵਿੱਚ ਜੇ ਆਇਆ ਹੈ ਤਾਂ ਇਥੋਂ ਕੁਝ ਸਿੱਖ ਕੇ ਜਾ, ਜੀਵਨ ਬਦਲ ਜਾਵੇ, ਜੀਵਨ ਸਿਮਰਨ ਦੇ ਰਸਤੇ ਦੇ ਉੱਪਰ ਪੈ ਜਾਵੇ, ਗੁਰੂ ਦੇ ਦੱਸੇ ਹੋਏ ਰਾਹ ਦੇ ਉੱਪਰ ਚੱਲਣ ਲੱਗ ਪਵੇ। ਬਿਨ ਗੁਰ ਪੂਰੇ ਨਾਹੀ ਉਧਾਰ। ਮੂਲ ਸਿਧਾਂਤ ਗੁਰਮਤਿ ਦਾ ਦਰਸਾਉਂਦੇ ਹਨ। ਕਹਿੰਦੇ ਪੂਰੇ ਗੁਰੂ ਤੋਂ ਬਗੈਰ ਇਹ ਬੰਦੇ ਦਾ ਉਧਾਰ ਨਹੀਂ ਹੋ ਸਕਦਾ ਹੈ, ਕਲਿਆਣ ਨਹੀਂ ਹੋ ਸਕਦੀ ਹੈ। ਜਿੰਨਾ ਮਰਜ਼ੀ ਬੰਦਾ ਸਮਝਦਾਰ ਹੋਵੇ, ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਪਰ ਜਿਹੜੀਆਂ ਬਰੀਕੀਆਂ ਨੂੰ, ਜਿਹੜੀਆਂ ਉਲਝਣਾਂ ਨੂੰ ਸਤਿਗੁਰੂ ਨੇ ਹੱਲ ਕਰਵਾਉਣਾ ਹੈ, ਉਹ ਮਨੁੱਖ ਦੀ ਸਿਆਣਪ ਦੇ ਨਾਲ ਹੱਲ ਨਹੀਂ ਹੋ ਸਕਦੀਆਂ ਹਨ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਵਾਲਾ ਬਣ। ਪੂਰੇ ਗੁਰੂ ਤੋਂ ਬਗੈਰ ਕਲਿਆਣ ਨਹੀਂ ਹੈ, ਭਲਾ ਨਹੀਂ ਹੋ ਸਕਦਾ। ਬਾਬਾ ਨਾਨਕ ਆਖੈ ਇਹੋ ਵਿਚਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰੀ ਦੀ ਮੋਹਰ ਛਾਪ ਹੇਠ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਹੇ ਭਾਈ, ਇਹ ਤੈਨੂੰ ਜਿਹੜੀ ਤਤ ਸੱਚ ਦੀ ਵਿਚਾਰ ਹੈ, ਇਹ ਅਸੀਂ ਸਮਝਾਉਂਦੇ ਹਾਂ ਕਿ ਗੁਰੂ ਧਾਰਨ ਕਰ। ਬਿਨਾਂ ਮੁਰਸ਼ਿਦਾਂ ਤੋਂ ਜਿਹੜੇ ਰਾਹ ਹਨ ਉਹ ਹੱਥ ਨਹੀਂ ਆਉਂਦੇ ਹਨ। ਉਹੀ ਰਾਹ ਦੱਸ ਸਕਦਾ ਹੈ ਜਿਹੜਾ ਰਾਹ ਦਾ ਜਾਣੂ ਹੈ। ਇਸ ਕਰਕੇ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਪੈ, ਪੂਰੇ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰ, ਉਹਦੀ ਦੱਸੀ ਹੋਈ ਰਹਿਤ ਦੇ ਵਿੱਚ ਜੀਣ ਦੀ ਕੋਸ਼ਿਸ਼ ਕਰ। ਸਤਿਗੁਰੂ ਜੀ ਦੀਆਂ ਮਿਹਰਾਂ ਜੋ ਹਨ ਉਹ ਜ਼ਰੂਰ ਪ੍ਰਾਪਤ ਹੋਣਗੀਆਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਇਹ ਸਾਨੂੰ ਮੂਲ ਰੂਪ ਦੇ ਵਿੱਚ ਸਮਝਾਇਆ ਹੈ। ਪ੍ਰਭੂ ਦਾ ਜਪ ਕਰੋ, ਜਪ ਕਰਦਿਆਂ ਕਰਦਿਆਂ ਫਿਰ ਸਤਿਗੁਰੂ ਦੀ ਮਿਹਰ ਹੋਵੇਗੀ। ਜਿਵੇਂ ਜਿਵੇਂ ਜਪ ਵਧੇਗਾ,
ਜਿਵੇਂ ਜਿਵੇਂ ਪ੍ਰਭੂ ਦਾ ਧਿਆਨ ਵਧੇਗਾ ਤਿਵੇਂ ਤਿਵੇਂ ਜੀਵਨ ਦੀਆਂ ਪਰਤਾਂ ਜਿਹੜੀਆਂ ਹਨ ਉਹ ਖੁੱਲਣਗੀਆਂ। ਅਖੀਰ ਦੇ ਵਿੱਚ ਮਹਾਰਾਜ ਜੀ ਨੇ ਇਹ ਦਰਸਾਇਆ ਹੈ ਕਿ ਪੂਰੇ ਗੁਰੂ ਤੋਂ ਬਗੈਰ ਬੰਦੇ ਦੀ ਕਲਿਆਣ ਹੋ ਹੀ ਨਹੀਂ ਸਕਦੀ ਹੈ। ਜੇ ਸੰਸਾਰ ਸਾਗਰ ਨੂੰ ਪਾਰ ਕਰਨਾ ਹੈ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਵਾਲੇ ਬਣੋ। ਇਸ ਕਰਕੇ ਸਾਧ ਸੰਗਤ ਜੀ ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਗੁਰੂ ਦੀ ਦੱਸੀ ਹੋਈ ਰਹਿਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।